ਨੈਕਸਟ ਟੌਪਿਕ ਹੈ ਸਾਡਾ ਇਨਵਰਸ ਆਫ ਅ ਫੰਕਸ਼ਨ। ਇਹ ਅਸੀਂ ਰਿਲੇਸ਼ਨਸ ਐਂਡ ਫੰਕਸ਼ਨ ਦੇ ਵਿੱਚ ਡਿਸਕਸ ਕਰਕੇ ਆਏ ਹਾਂ ਸਾਰਾ, ਉਹਨੂੰ ਮਾੜਾ ਜਿਹਾ ਰਿਵਾਈਜ਼ ਕਰ ਲਈਏ। We know that for every bijection f from A to B, there exists a bijection G from B to A defined by gy equals to x if and only if fx equals to y। ਸਾਡੇ ਕੋਲ f ਕੋਈ ਬਾਈਜੈਕਸ਼ਨ ਹੈ, f ਬਾਈਜੈਕਸ਼ਨ ਹੈ A ਤੋਂ B। ਜੇ ਇਹ ਬਾਈਜੈਕਸ਼ਨ ਹੈ ਤਾਂ ਇੱਕ ਸਾਡੇ ਕੋਲ ਹੋਰ ਬਾਈਜੈਕਸ਼ਨ ਵੀ ਹੋਏਗੀ ਜਿਹੜੀ B to A ਹੋਏਗੀ। ਇਹਦੀ ਵੈਲਿਊ fx ਇਕੁਅਲਸ ਟੂ y ਹੋਏਗੀ। ਤਾਂ ਇਹਦੇ 'ਚ ਕੀ ਹੋਏਗਾ, ਕਿਉਂਕਿ x ਕਿਹਦਾ ਤੁਹਾਨੂੰ ਪਤਾ, x ਐਲੀਮੈਂਟ ਕਿਹਦਾ ਹੁੰਦਾ, A ਦਾ, y ਕਿਹਦਾ ਐਲੀਮੈਂਟ ਹੁੰਦਾ, B ਦਾ। ਠੀਕ ਹੈ ਕਿ ਨਹੀਂ। ਹੁਣ ਅਸੀਂ ਇੱਥੇ ਜਦੋਂ ਡਿਸਕਸ ਕਰਾਂਗੇ ਤਾਂ ਇੱਥੇ gy ਲਿਖਾਂਗੇ, ਕਿਉਂਕਿ g ਕਿਹਦੇ ਤੇ ਲੱਗੇਗਾ, g ਦੇ ਜਿਹੜੇ ਡੋਮੇਨ ਦੇ ਐਲੀਮੈਂਟ, ਇਹਦੇ ਡੋਮੇਨ ਦੇ ਐਲੀਮੈਂਟ ਕੀ ਨੇ, y। ਤਾਂ gy ਇਕੁਅਲਸ ਟੂ x ਇੱਦਾਂ ਦਾ ਬਣੇਗਾ। ਯਾਨੀ ਕਹਿਣ ਦਾ ਭਾਵ ਇਹ ਹੈ ਵੀ ਜੇ f1 ਦੀ ਵੈਲਿਊ 3 ਹੈ ਤਾਂ g3 ਦੀ ਵੈਲਿਊ 1 ਹੋਏਗੀ। ਠੀਕ ਹੈ ਜੀ। ਇਹਨੂੰ ਅਸੀਂ ਕਹਿੰਦੇ ਹਾਂ ਇਨਵਰਸ ਫੰਕਸ਼ਨ। ਆ g ਕੀ ਹੁੰਦਾ, g ਇੱਕ f ਦਾ ਇਨਵਰਸ ਫੰਕਸ਼ਨ ਹੈ। ਦੈਨ ਫੰਕਸ਼ਨ g ਇਜ਼ ਕਾਲਡ ਇਨਵਰਸ ਆਫ f ਐਂਡ ਡਿਨੋਟਡ ਬਾਈ f ਇਨਵਰਸ। ਅਸੀਂ ਡਿਨੋਟ ਕਰਦੇ ਹਾਂ ਤਾਂ ਉਹਦੇ ਲਈ ਆ ਸਾਡੇ ਕੋਲ ਡੈਫੀਨੇਸ਼ਨ ਹੋ ਗਈ। g ਨੂੰ ਅਸੀਂ ਜੇ ਭੁੱਲ ਜਾਈਏ, g ਦੀ ਥਾਂ ਤੇ f ਇਨਵਰਸ ਲਿਖ ਲਈਏ ਤਾਂ ਕੀ ਹੋਏਗਾ, fx ਇਕੁਅਲਸ ਟੂ y ਹੈ ਤਾਂ f ਇਨਵਰਸ y ਇਕੁਅਲਸ ਟੂ x ਹੋਏਗਾ। ਯਾਨੀ ਆ f ਨੂੰ ਜੇ ਇੱਧਰ ਲਈਏ ਤਾਂ ਇਹਦਾ ਇਨਵਰਸ ਬਣ ਜਾਊਗਾ, ਤਾਂ f ਇਨਵਰਸ y ਇਕੁਅਲਸ ਟੂ x। ਠੀਕ ਹੈ। ਤਾਂ ਦੂਸਰੀ ਇਹਦੇ 'ਚ ਅਸੀਂ ਹੋਰ ਗੱਲ ਇੱਕ ਪੜ੍ਹੀ ਸੀ, ਉਹ ਸੀਗੀ ਵੀ f ਇਨਵਰਸ OF, ਜੇ f ਤੇ f ਇੱਕ ਦੂਜੇ ਦੇ, f ਇਨਵਰਸ ਤੇ f ਇੱਕ ਦੂਜੇ ਦੇ ਇਨਵਰਸ ਨੇ, ਇਹਨਾਂ ਦਾ ਜੇ ਅਸੀਂ ਕੰਪੋਜੀਸ਼ਨ ਲੈਂਦੇ ਹਾਂ ਤਾਂ ਉਹ ਇੱਕ ਆਇਡੈਂਟੀਟੀ ਫੰਕਸ਼ਨ ਆ ਜਾਂਦਾ। ਯਾਨੀ ਉਹਨੂੰ ਜੇ ਅਸੀਂ x ਤੇ ਲਈਏ ਤਾਂ ਉਹਦਾ ਆਨਸਰ x ਹੀ ਆਏਗਾ। ਇਸੇ ਤਰ੍ਹਾਂ f ਇਨਵਰਸ y ਇਕੁਅਲ ਟੂ y, ਇਹ ਵੀ ਸਾਡੇ ਕੋਲ ਕੀ ਹੈ, ਆਇਡੈਂਟੀਟੀ ਫੰਕਸ਼ਨ ਹੈ। ਠੀਕ ਹੈ ਜੀ। ਪਰ ਹੁਣ ਅਸੀਂ ਉੱਤੇ ਡਿਸਕਸ ਕਰਕੇ ਆਏ ਹਾਂ ਵੀ ਜਿਹੜੇ ਟ੍ਰਿਗਨੋਮੈਟ੍ਰਿਕ ਫੰਕਸ਼ਨ ਸੀਗੇ ਉਹ ਸਾਰੇ ਪੀਰੀਓਡਿਕ ਫੰਕਸ਼ਨ ਸੀਗੇ। ਠੀਕ ਹੈ ਜੀ। ਇਸ ਕਰਕੇ ਉਹ ਬਾਈਜੈਕਸ਼ਨ ਨਹੀਂ ਸੀ, ਨਾ ਉਹ ਸਾਰੇ ਮੈਨੀ ਵਨ ਫੰਕਸ਼ਨ ਸੀਗੇ। ਮੈਨੀ ਵਨ ਹੋਣ ਕਰਕੇ ਬਾਈਜੈਕਸ਼ਨ ਨਹੀਂ ਹੈਗੇ। ਠੀਕ ਹੈ ਜੀ। ਤਾਂ ਔਨ ਟੂ ਕੁਛ ਸੀਗੇ, ਕੁਛ ਔਨ ਟੂ ਹੈ ਵੀ ਨਹੀਂ, ਉਹਨਾਂ 'ਚ ਕੁਛ ਔਨ ਟੂ ਵੀ ਹੈ ਨਹੀਂ ਗੇ, ਜਿਵੇਂ ਸਾਈਨ ਤੇ ਕੋਸਾਈਨ ਹੈ, ਔਨ ਟੂ ਵੀ ਨਹੀਂ ਹੈਗੇ। ਠੀਕ ਹੈ ਕਿ ਨਹੀਂ। ਤਾਂ ਇਸ ਕਰਕੇ ਉਹ ਬਾਈਜੈਕਸ਼ਨ ਨਹੀਂ ਹੈਗੇ। ਦੇਅਰਫੋਰ ਉਹਨਾਂ ਦੇ ਇਨਵਰਸ ਐਗਜ਼ਿਸਟ ਨਹੀਂ ਕਰਦੇ। ਇਨਵਰਸ ਤਾਂ ਹੀ ਐਗਜ਼ਿਸਟ ਕਰੇਗਾ ਨਾ ਜੇ ਬਾਈਜੈਕਸ਼ਨ ਹੋਏਗਾ ਤਾਂ ਕਿਉਂਕਿ ਬਾਈਜੈਕਸ਼ਨ ਹੀ ਹੈ ਨਹੀਂ, ਇਸ ਕਰਕੇ ਇਨਵਰਸ ਐਗਜ਼ਿਸਟ ਨਹੀਂ ਕਰਦਾ। ਪਰ ਜੇ ਅਸੀਂ ਥੋੜ੍ਹੀ ਜਿਹੀ ਐਡਜਸਟਮੈਂਟ ਕਰੀਏ ਉਹਦੇ ਵਿੱਚ, ਫੰਕਸ਼ਨ ਦੇ ਵਿੱਚ, ਤਾਂ ਉਹਨਾਂ ਨੂੰ ਅਸੀਂ ਬਾਈਜੈਕਸ਼ਨ ਬਣਾ ਸਕਦੇ ਹਾਂ। ਕਿਵੇਂ ਬਣਾ ਸਕਦੇ ਹਾਂ, ਦੇਖੋ ਬਾਈਜੈਕਸ਼ਨ ਬਣਾ ਸਕਦੇ ਹਾਂ। ਜੇ ਬਾਈਜੈਕਸ਼ਨ ਬਣ ਗਈ ਤਾਂ ਉਹਦਾ ਇਨਵਰਸ ਵੀ ਫਾਈਂਡ ਕਰਿਆ ਜਾ ਸਕਦਾ ਹੈ। ਤਾਂ ਇਨਵਰਸ ਕਿਵੇਂ ਫਾਈਂਡ ਕਰੀਏ, ਸਾਈਨ ਦਾ ਅਸੀਂ ਦੇਖੀਏ। ਸਾਈਨ ਕੀ ਹੈ ਸਾਡੇ ਕੋਲ, f ਫਰਮ r to r ਵੇਅਰ fx ਇਕੁਅਲਸ ਟੂ ਸਾਈਨ x ਦਾ ਗ੍ਰਾਫ ਉਹਦਾ ਅਸੀਂ ਦੇਖਿਆ ਸੀ, ਇਸ ਤਰੀਕੇ ਨਾਲ ਸੀਗਾ। ਠੀਕ ਹੈ ਕਿ ਨਹੀਂ। ਤਾਂ ਇਹਦੇ 'ਚ ਤੁਸੀਂ ਦੇਖ ਲਓ, ਇਹ ਮੈਨੀ ਵਨ ਫੰਕਸ਼ਨ ਆਪਾਂ ਡਿਸਕਸ ਕੀਤਾ ਸੀਗਾ। ਮੈਨੀ ਵਨ ਦੀ ਇੱਕ ਹੋਰ ਵੀ ਤੁਹਾਨੂੰ ਨਿਸ਼ਾਨੀ ਮੈਂ ਦੱਸੀ ਸੀਗੀ, ਉਹ ਕੀ ਸੀ ਵੀ ਐਕਸ ਐਕਸਿਸ ਦੇ ਪੈਰਲਲ ਇੱਕ ਲਾਈਨ ਖਿੱਚੋ, ਜਿਹਨੂੰ ਅਸੀਂ ਹੌਰੀਜ਼ੌਂਟਲ ਲਾਈਨ ਕਹਿ ਸਕਦੇ ਹਾਂ। ਇਹ ਹੌਰੀਜ਼ੌਂਟਲ ਲਾਈਨ ਜੇ ਗ੍ਰਾਫ ਨੂੰ ਇੱਕ ਤੋਂ ਜ਼ਿਆਦਾ ਥਾਂ ਤੇ ਕੱਟੇ, ਇਟ ਮੀਨਸ ਉਹ ਮੈਨੀ ਵਨ ਫੰਕਸ਼ਨ ਹੈ। ਹੌਰੀਜ਼ੌਂਟਲ ਆ ਨਾ ਵੀ ਖਿੱਚੋ, ਐਕਸ ਖੁਦ ਹੀ ਇੱਕ ਹੌਰੀਜ਼ੌਂਟਲ ਲਾਈਨ ਹੈ, ਇਹ ਕਿੰਨੇ ਪੁਆਇੰਟਸ ਤੇ ਦੇਖੋ ਕੱਟ ਕਰ ਰਹੀ ਹੈ। ਠੀਕ ਹੈ ਕਿ ਨਹੀਂ। ਤਾਂ ਇਹ ਜਿੰਨੇ ਵੱਧ ਪੁਆਇੰਟਾਂ ਤੇ ਕੱਟ ਕਰ ਰਹੀ ਹੈ, ਉਨੀਆਂ ਵੱਧ ਵੈਲਿਊਜ਼ ਇੱਕੋ ਹੀ, ਮਤਲਬ ਵੈਲਿਊਜ਼ ਇੱਕ ਨਾਲ ਰਿਲੇਟ ਹੋਣਗੀਆਂ। ਠੀਕ ਹੈ ਕਿ ਨਹੀਂ। ਤਾਂ ਇਹਦਾ ਮਤਲਬ ਕੀ ਹੈ, ਇੱਕ ਤੋਂ ਵੱਧ ਪੁਆਇੰਟਾਂ ਤੇ ਕੱਟ ਰਹੀ, ਤਾਂ ਇਟ ਮੀਨਸ ਕੀ ਹੈ, ਇਹ ਮੈਨੀ ਵਨ ਫੰਕਸ਼ਨ ਹੈ। ਤਾਂ ਮੈਨੀ ਵਨ ਫੰਕਸ਼ਨ ਐਟ ਐਜ਼ ਇਟ ਅਟੇਨਸ ਸੇਮ ਵੈਲਿਊ ਐਟ ਇਨਫਾਈਨਿਟਲੀ ਮੈਨੀ ਪੁਆਇੰਟਸ। ਇੱਕੋ ਹੀ ਵੈਲਿਊ, ਜਿਵੇਂ ਆ ਜ਼ੀਰੋ ਵੈਲਿਊ ਜਿਹੜੀ ਹੈਗੀ ਹੈ ਕਈ ਪੁਆਇੰਟਾਂ ਤੇ ਆ ਰਹੀ ਹੈ। ਐਕਸ ਦੀ ਵੈਲਿਊ ਜੇ ਅਸੀਂ 2 ਪਾਈ ਲਈਏ, ਜਾਂ ਪਾਈ ਲਈਏ, ਜਾਂ 0 ਲਈਏ, ਜਾਂ ਪਾਈ ਲਈਏ, ਜਾਂ 2 ਪਾਈ, ਜਾਂ 3 ਪਾਈ, 4 ਪਾਈ, ਕੁਛ ਵੀ ਲਈਏ, ਤਾਂ ਸਾਈਨ ਐਕਸ ਦੀ ਜਿਹੜੀ ਵੈਲਿਊ 0 ਆ ਰਹੀ। ਠੀਕ ਹੈ ਕਿ ਸੇਮ ਵੈਲਿਊ ਬਹੁਤ ਸਾਰੇ ਪੁਆਇੰਟਸ ਤੇ ਆ ਰਹੀ ਹੈ। ਠੀਕ ਹੈ ਕਿ ਤੇ ਇਹਦੀ ਜਿਹੜੀ ਰੇਂਜ ਹੈ ਉਹ ਹੈਗੀ ਹੈ -1 to 1, ਉਹ ਵੀ r ਦੇ ਇਕੁਅਲ ਨਹੀਂ ਹੈਗੀ। ਇਹਦਾ ਮਤਲਬ ਕੋਡੋਮੇਨ ਦੇ ਇਕੁਅਲ ਨਹੀਂ ਹੈਗੀ। ਠੀਕ ਹੈ ਕਿ ਨਹੀਂ। ਤੇ ਇਹਦਾ ਮਤਲਬ ਕਿ ਇਹ ਔਨ ਟੂ ਵੀ ਨਹੀਂ ਹੈਗਾ ਫੰਕਸ਼ਨ, ਨਾ ਤਾਂ ਇਹ 1 1 ਹੈ
ਤੇ ਨਾ ਹੀ on to। ठीक है, but we know that the function can be made on to if we change its domain to its range। So we can change the given function to f from r to -1 ਅਸੀਂ ਡਿਸਕਸ ਕੀਤਾ ਸੀਗਾ ਵੀ ਜਿਹੜੀ ਰੇਂਜ ਹੈ ਉਹ ਜੇ ਕੋਡੋਮੇਨ ਦੇ ਬਰਾਬਰ ਹੋ ਜੇ ਤਾਂ ਉਹ ਔਨ ਟੂ ਹੋ ਜਾਂਦਾ। ਤਾਂ ਅਸੀਂ ਕੀ ਕਰਦੇ ਹਾਂ, ਜਿਹੜਾ ਐਫ ਫੰਕਸ਼ਨ ਹੈ ਸੀਗਾ ਤਾਂ ਉਹ r ਪਰ ਅਸੀਂ ਕੀ ਕਰਿਆ ਉਹਨੂੰ r ਰੇਂਜ ਕਰ ਦਿੰਦੇ ਇੱਥੇ ਕੋਡੋਮੇਨ ਦੀ ਥਾਂ ਤੇ ਅਸੀਂ ਰੇਂਜ ਹੀ ਲਿਖ ਲੈਂਦੇ ਤਾਂ ਇਹਦੀ ਰੇਂਜ ਕੀ ਸੀ -1 ਆਹੀ ਰੇਂਜ ਸੀਗੀ। ਤਾਂ r ਕਰਨ ਦੀ ਬਜਾਏ ਅਸੀਂ ਉਹਨੂੰ ਇਸ ਤਰੀਕੇ ਨਾਲ ਕਰ ਲੈਣਾ। ਹੁਣ ਇਸ ਤਰ੍ਹਾਂ ਕਰੇ ਨਾਲ ਇਹ ਕੀ ਹੋ ਜਾਊਗਾ, ਔਨ ਟੂ ਤਾਂ ਹੋ ਗਿਆ ਕਿਉਂਕਿ ਹੁਣ ਆਹ ਜਿਹੜੀ ਕੋਡੋਮੇਨ ਹੈ ਤੇ ਆਹੀ ਇਹਦੀ ਰੇਂਜ ਹੈ, ਦੋਨੇ ਚੀਜ਼ਾਂ ਸੇਮ ਹੋ ਗਈਆਂ, ਇਸ ਕਰਕੇ ਰੇਂਜ ਤੇ ਕੋਡੋਮੇਨ ਬਰਾਬਰ ਹੋਣ ਕਰਕੇ ਕੀ ਹੋ ਗਿਆ, ਔਨ ਟੂ। ਹੁਣ ਅਸੀਂ ਇਹਨੂੰ 1 ਕਿਵੇਂ ਬਣਾਈਏ, ਠੀਕ ਹੈ ਨਾ। ਟੂ ਮੇਕ ਫੰਕਸ਼ਨ f11 we have to restrict its domain in such a way that there is no turn in its graph in that domain, and it takes all values between -1 and 1। ਹੁਣ ਸਾਡਾ ਗ੍ਰਾਫ ਸੀਗਾ ਆਹ ਵਾਲਾ। ਹੁਣ ਇਹ 'ਚ ਅਸੀਂ ਇਹਨੂੰ ਇੱਦਾਂ ਲੈ ਲਈਏ ਵੀ ਇਹ ਜਿਹੜਾ ਹੈਗਾ ਗ੍ਰਾਫ ਸਾਰਾ r -ਇਨਫਿਨਿਟੀ ਤੋਂ +ਇਨਫਿਨਿਟੀ ਲੈਣ ਦੀ ਬਜਾਏ ਅਸੀਂ ਤਾਂ ਡੋਮੇਨ ਕੁਛ ਇੱਦਾਂ ਲਈਏ ਵੀ ਇਹਦੇ ਗ੍ਰਾਫ 'ਚ ਨਾ ਤਾਂ ਕੋਈ ਟਰਨ ਆਵੇ ਤੇ ਨਾਲੇ ਦੇ ਨਾਲ ਸਾਰੀਆਂ ਵੈਲਿਊਜ਼ -1 ਤੋਂ +1 ਸਾਰੀਆਂ ਵੈਲਿਊਜ਼ ਵੀ ਲੈ ਲਈਏ। ਤਾਂ ਤੁਸੀਂ ਦੇਖੋ ਆਹ ਪੁਆਇੰਟ ਅਸੀਂ ਦੇਖੋ ਇੱਥੇ -ਇਨਫਿਨਿਟੀ ਤੋਂ -π/2 ਤੋਂ ਲੈ ਕੇ ਜੇ +π/2 ਤੱਕ ਅਸੀਂ ਇਹਦਾ ਗ੍ਰਾਫ ਲਈਏ ਤਾਂ ਇੱਥੋਂ ਤੱਕ ਦੇਖੋ ਆ ਸਾਰਾ ਗ੍ਰਾਫ ਕੋਈ ਟਰਨ ਨਹੀਂ ਆ ਰਿਹਾ, ਗ੍ਰਾਫ ਦੇ ਵਿੱਚ ਕੋਈ ਟਰਨ ਨਾ ਆਉਣ ਕਰਕੇ ਇਹ ਵੈਲਿਊਜ਼ ਟਰਨ ਕਦੋਂ ਗ੍ਰਾਫ ਵੈਲਿਊਜ਼ ਕਦੋਂ ਜ਼ਿਆਦਾ ਲਏਗਾ, ਠੀਕ ਹੈ। ਹੁਣ ਜੇ ਟਰਨ ਕਰਦਾ ਤਾਂ ਹੀ ਤਾਂ ਇਸ ਪੁਆਇੰਟ ਤੇ ਵੀ ਕੱਟ ਰਹੀ ਹੈ ਲਾਈਨ, ਇਸ ਪੁਆਇੰਟ ਤੇ ਵੀ ਕੱਟ ਰਹੀ ਹੈ, ਇਸ ਪੁਆਇੰਟ ਤੇ ਵੀ ਕੱਟ ਰਹੀ ਹੈ, ਇਸ ਪੁਆਇੰਟ ਤੇ ਕਿਉਂ ਕੱਟ ਰਹੀ ਹੈ, ਕਿਉਂਕਿ ਟਰਨ ਹੋ ਕੇ ਵਾਪਸ ਆ ਰਿਹਾ। ਤੇ ਜੇ ਅਸੀਂ ਟਰਨ ਨਾ ਹੀ ਹੋਣ ਦਈਏ ਇਹਨੂੰ ਸਿੱਧਾ ਹੀ ਰੱਖ ਲਈਏ ਇੱਥੋਂ -π/2 ਤੋਂ +π/2 ਤੱਕ ਟਰਨ ਨਹੀਂ ਹੋ ਰਿਹਾ, ਦੇਖੋ ਨਹੀਂ ਹੋ ਰਿਹਾ ਨਾ। ਤਾਂ ਅਸੀਂ ਇਹਦੇ ਜਿਹੜਾ ਡੋਮੇਨ ਆ ਲਈ -π/2 ਤੋਂ +π/2 ਲੈ ਲਈ। ਤੇ ਦੂਸਰੀ ਗੱਲ -π/2 +π/2 ਦੇ ਵਿੱਚ ਸਾਰੀਆਂ ਵੈਲਿਊਜ਼ ਵੀ ਆ ਗਈਆਂ, ਦੇਖੋ ਆਹ -1 ਤੋਂ ਲੈ ਕੇ -1 ਤੋਂ ਲੈ ਕੇ +1 ਤੱਕ ਦੀਆਂ ਸਭ ਵੈਲਿਊਜ਼ ਆ ਗਈਆਂ। ਇੱਥੇ ਵਿਚਾਲੇ ਗ੍ਰਾਫ ਕਿਤੇ ਟੁੱਟਿਆ ਨਹੀਂ ਹੋਇਆ, ਜੇ ਇੱਥੋਂ ਐਂ ਖਾਲੀ ਹੁੰਦਾ ਟੁੱਟਿਆ ਹੁੰਦਾ ਆਪਾਂ ਇੰਨਾ ਨਾ ਹੁੰਦਾ ਗ੍ਰਾਫ ਫਿਰ ਅਸੀਂ ਸਮਝ ਲੈਣੇ ਸੀ ਵੀ ਆਹ ਵੈਲਿਊਜ਼ ਨਹੀਂ ਆਈਆਂ ਇੱਥੋਂ y ਦੀਆਂ। ਜੇ ਪਰ ਕਿਉਂਕਿ ਟੁੱਟਿਆ ਨਹੀਂ ਹੈਗਾ, ਸਾਰਾ ਰੈਗੂਲਰ ਗ੍ਰਾਫ ਹੈ, ਤਾਂ ਇਹਦਾ ਮਤਲਬ ਕੀ ਹੋਇਆ, ਇਹਨੇ -1 ਤੋਂ ਲੈ ਕੇ +1 ਤੱਕ ਸਾਰੀਆਂ ਵੈਲਿਊਜ਼ ਵੀ ਲੈ ਲਈਆਂ ਤੇ ਟਰਨ ਵੀ ਨਹੀਂ ਹੋਇਆ ਗ੍ਰਾਫ। ਤਾਂ ਇਹਦਾ ਮਤਲਬ ਇਸ ਜਗ੍ਹਾ ਤੇ ਇਹ ਗ੍ਰਾਫ ਹੈ ਜਿਹੜਾ 1 ਹੈ, ਠੀਕ ਹੈ। ਤਾਂ we observe that fx equals to sin x is 1 in interval -π/2 to +π/2। So we take -π/2 to +π/2 as its domain। ਹੁਣ ਅਸੀਂ ਆ ਜਿਹੜਾ ਡੋਮੇਨ ਸੀ r2 ਤਾਂ ਇਹਦੀ ਥਾਂ ਤੇ ਵੀ ਅਸੀਂ ਚੇਂਜ ਕਰਕੇ ਕੀ ਕਰਤਾ π/2 to -π/2 to +π/2 ਕਰਤਾ। ਤਾਂ ਆ ਸਾਡਾ ਬਣ ਗਿਆ ਫੰਕਸ਼ਨ f -π/2 to +π/2 to -1 to 1। ਇਹ ਕੀ ਹੋ ਗਿਆ, ਇਹ ਹੁਣ ਬਾਈਜੈਕਸ਼ਨ, ਇਹ ਬਾਈਜੈਕਸ਼ਨ ਹੋ ਗਿਆ ਤਾਂ ਇਹਦਾ ਮਤਲਬ ਇਨਵਰਟੀਬਲ। ਇਹ 1 ਵੀ ਹੋ ਗਿਆ ਸੀ, ਔਨ ਟੂ ਪਹਿਲਾਂ ਕਰ ਲਿਆ ਸੀ, ਠੀਕ ਹੈ ਕਿ ਨਹੀਂ। ਤੇ ਇਹ ਕੀ ਹੋ ਗਿਆ, ਇੱਕ ਇਨਵਰਟੀਬਲ ਫੰਕਸ਼ਨ। ਤਾਂ ਹੁਣ ਜਿਹੜਾ ਗ੍ਰਾਫ ਹੈ ਦੇਖੋ, ਗ੍ਰਾਫ ਆਫ ਐਸ ਫੰਕਸ਼ਨ ਦਾ ਗ੍ਰਾਫ ਕਿਵੇਂ ਬਣੇਗਾ। ਹੁਣ ਅਸੀਂ ਇੰਨਾ ਹੀ ਗ੍ਰਾਫ ਲਿਆ -1 ਤੋਂ ਲੈ ਕੇ -π/2 ਤੋਂ ਲੈ ਕੇ +π/2 ਦੇ ਵਿਚਾਲੇ ਆਹ ਗ੍ਰਾਫ ਆ ਗਿਆ, ਸਾਈਨ ਇਨਵਰਸ ਦਾ ਗ੍ਰਾਫ। ਇਹਨੂੰ ਅਸੀਂ ਸਾਈਨ ਦਾ ਗ੍ਰਾਫ ਬਣਾਵਾਂਗੇ ਪਹਿਲਾਂ ਨਾ। ਇਸ ਫੰਕਸ਼ਨ ਦਾ ਗ੍ਰਾਫ ਆ ਬਣਿਆ ਹੋਇਆ ਸਾਈਨ ਐਕਸ ਦਾ, y = sin x ਦਾ ਗ੍ਰਾਫ ਹੈ ਨਾ। ਹੁਣ ਜੇ ਇਹਦਾ ਅਸੀਂ ਇਨਵਰਸ ਫਾਈਂਡ ਕਰਨਾ ਤਾਂ ਕੀ ਹੋਏਗਾ, ਇਹਦੇ ਡੋਮੇਨ ਨੂੰ ਕੋਡੋਮੇਨ ਬਣਾ ਦਿਓ, ਕੋਡੋਮੇਨ ਨੂੰ ਡੋਮੇਨ ਬਣਾ ਦਿਓ। ਯਾਨੀ ਆ ਜਿਹੜਾ ਇਹਦਾ ਕੋਡੋਮੇਨ ਸੀ ਇਹਨੂੰ ਇੱਧਰ ਲਿਖ ਦਈਏ, ਇਸ ਡੋਮੇਨ ਨੂੰ ਇੱਧਰ ਲਿਖ ਦਈਏ। ਉਲਟ ਜਾਂਦਾ ਹੁੰਦਾ ਨਾ ਜਦੋਂ ਅਸੀਂ ਇਨਵਰਸ ਫਾਈਂਡ ਕਰਦੇ ਹਾਂ। ਤਾਂ ਅਸੀਂ g ਇੱਕ ਫੰਕਸ਼ਨ ਲਿਆ ਜਿਹਦੇ 'ਚ ਇਹਦਾ ਕੋਡੋਮੇਨ ਡੋਮੇਨ ਲੈ ਲਿਆ ਜੀ, ਤਾਂ ਇਹਦਾ ਜਿਹੜਾ ਡੋਮੇਨ ਸੀ ਉਹ ਕੋਡੋਮੇਨ ਲੈ ਲਿਆ। ਕਿੱਦਾਂ ਲੈ ਲਿਆ, gx = sin ਇਨਵਰਸ x। ਹੁਣ ਕਿਉਂਕਿ ਆ ਸਾਈਨ ਐਕਸ ਸੀਗਾ ਤਾਂ ਆ ਸਾਈਨ ਇਨਵਰਸ ਐਕਸ, ਇਹਦਾ ਇਨਵਰਸ ਫੰਕਸ਼ਨ ਆ ਗਿਆ। ਇਹਨੂੰ ਅਸੀਂ ਗ੍ਰਾਫ ਬਣਾਉਣ ਵਾਸਤੇ ਕੀ ਕਰਾਂਗੇ, ਇਹਦੇ ਜਿਹੜੇ ਐਕਸ ਵਾਈ ਐਕਸਿਸ ਹੈ ਉਹਨਾਂ ਨੂੰ ਇੰਟਰਚੇਂਜ ਕਰ ਦੇਵਾਂਗੇ। ਜਾਨੀ ਆ ਜਿਹੜੀਆਂ ਵੈਲਿਊਜ਼ -π/2 ਤੋਂ +π/2 ਐਕਸ ਐਕਸਿਸ 'ਤੇ ਸੀ, ਹੁਣ ਇਹ ਵਾਈ ਦੇ ਆ ਗਈਆਂ -π/2 ਤੋਂ +π/2 ਤੇ ਐਕਸ ਦੇ ਉੱਤੇ ਕੀ ਆ ਗਿਆ, -1 to 1 ਆ ਗਿਆ। ਤੇ ਗ੍ਰਾਫ ਜਿਹੜਾ ਐਂ ਦੀ ਬਣਨ ਮਿਲਿਆ ਇਸ ਤਰੀਕੇ ਨਾਲ ਉਲਟ ਗਿਆ, ਠੀਕ ਹੈ।
ਤਾਂ ਆਹ ਜਿਹੜਾ ਗ੍ਰਾਫ ਹੈ ਇਹ ਹੁਣ ਕਾਹਦਾ ਗ੍ਰਾਫ ਹੈ y ਇਕੁਅਲ ਟੂ ਸਾਈਨ ਇਨਵਰਸ x ਇਹ ਇਨਵਰਸ ਫੰਕਸ਼ਨ ਦਾ। ਸੋ ਇਸ ਤਰੀਕੇ ਨਾਲ ਜਿਹੜੇ ਸਾਡੇ ਅਸਲ ਦੇ ਵਿੱਚ ਡੋਮੇਨ ਰੇਂਜ ਸੀਗੇ ਸਾਈਨ ਕੋਸਾਈਨ ਸਾਰੇ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੇ, ਉਹਨਾਂ ਫੰਕਸ਼ਨ ਦੇ ਵਿੱਚੋਂ ਅਸੀਂ ਉਸ ਤਰੀਕੇ ਨਾਲ ਰੇਂਜ ਡੋਮੇਨ ਇਹਨਾਂ ਦੀ ਚੇਂਜ ਕਰਤੀ ਵੀ ਉਹ 1 1 on 2 ਹੋ ਗਏ ਤੇ 1 1 on 2 ਹੋਣ ਤੋਂ ਬਾਅਦ ਉਹਨਾਂ ਦੇ ਜਿਹੜੇ ਇਨਵਰਸ ਅਸੀਂ ਫਾਈਂਡ ਕੀਤੇ। ਹੁਣ ਇਹ 'ਚ ਕੁਝ ਇੰਪੋਰਟੈਂਟ ਨੋਟਸ ਨੇ, ਕੁਝ ਇੰਪੋਰਟੈਂਟ ਗੱਲਾਂ ਨੇ ਜਿਹੜੀਆਂ ਅਸੀਂ ਡਿਸਕਸ ਕਰਨੀਆਂ। ਉੱਪਰਲੀ ਡਿਸਕਸ਼ਨ 'ਚ ਅਸੀਂ ਕੀ ਦੇਖਿਆ ਸੀਗਾ ਵੀ ਸਾਈਨ ਫੰਕਸ਼ਨ ਹੈ ਜਿਹੜਾ ਜੇ ਅਸੀਂ ਉਹਦਾ ਡੋਮੇਨ ਇਸ ਤਰੀਕੇ ਨਾਲ ਲੈ ਲਈਏ ਤਾਂ ਉਹ ਇੱਕ ਬਾਈਜੈਕਸ਼ਨ ਬਣ ਜਾਂਦਾ। ਇਨਫੈਕਟ ਕੀ ਸੀਗਾ ਅਸੀਂ ਇਹਦੀ ਥਾਂ ਤੇ ਕੋਈ ਮਰਜ਼ੀ ਹੋਰ ਵੀ ਇਸ ਤਰੀਕੇ ਦੇ ਇੰਟਰਵਲ ਲੈ ਸਕਦੇ ਸੀ, ਜਿਵੇਂ ਅਸੀਂ ਕਹੀਏ ਗੱਲ ਵੀ ਉੱਪਰ ਜਿਹੜਾ ਸਾਡਾ ਗ੍ਰਾਫ ਸੀਗਾ ਸਾਈਨ ਵਾਲਾ ਇੱਥੋਂ ਲੈ ਕੇ ਇੱਥੋਂ ਤੱਕ ਟਰਨ ਹੀ ਹੋ ਰਿਹਾ ਸੀ, ਇਹ ਗੱਲ ਕਰੀ ਸੀ। ਹੁਣ ਅਸੀਂ ਇੱਦੋਂ ਗਾਂਹ ਵੀ ਤਾਂ ਲੈ ਸਕਦੇ ਸੀ π/2 ਤੋਂ ਲੈ ਕੇ 3π/2 ਤੱਕ ਕਿਹੜਾ ਟਰਨ ਹੁੰਦਾ ਹੈ। ਇਸੇ ਤਰ੍ਹਾਂ 3π/2 ਤੋਂ ਲੈ ਕੇ 5π/2 ਤੱਕ ਵੀ ਇਹਨੇ ਟਰਨ ਨਹੀਂ ਹੋਣਾ। ਇਸੇ ਤਰ੍ਹਾਂ ਇੱਧਰਲੇ ਪਾਸੇ ਵੀ ਆਹ ਇੰਟਰਵਲ ਵੀ ਲੈ ਸਕਦੇ ਸੀ -3π/2 to -π/2। ਸੋ ਇਸ ਤਰੀਕੇ ਨਾਲ ਕੋਈ ਵੀ ਇਹਨਾਂ ਚੋਂ ਲਿਆ ਜਾ ਸਕਦਾ ਸੀ ਜਿੱਥੇ ਗ੍ਰਾਫ ਟਰਨ ਨਹੀਂ ਹੁੰਦਾ। ਇਹਨਾਂ ਸਾਰੇ ਥਾਵਾਂ 'ਤੇ ਇਹਨੇ ਬਾਈਜੈਕਸ਼ਨ ਬਣਨਾ ਸੀਗਾ, ਠੀਕ ਹੈ ਕਿ ਨਹੀਂ। ਤਾਂ ਅਸੀਂ ਕੀ ਗੱਲ ਕਰ ਰਹੇ ਸੀ, in fact to make it bijection we can restrict it to any of the intervals। ਇਹਨਾਂ ਚੋਂ ਕੋਈ ਵੀ ਇੰਟਰਵਲ ਤੇ ਅਸੀਂ restrict ਕਰ ਸਕਦੇ ਹਾਂ ਇਹਦੇ ਕੋਡ ਵਿੱਚ। therefore we can define inverse of sine in each of these intervals। thus sine inverse x is a function with domain -1। ਆਹ ਤਾਂ ਇਹਦਾ ਡੋਮੇਨ ਤੇ ਰੇਂਜ ਇਹਨਾਂ ਚੋਂ ਕੋਈ ਰੇਂਜ ਦੀ ਬਜਾਏ ਕੋ ਡੋਮੇਨ ਕਹੀਏ ਤਾਂ ਜ਼ਿਆਦਾ ਬੈਟਰ। ਕੋ ਡੋਮੇਨ ਇਹਨਾਂ ਚੋਂ ਕੋਈ ਮਰਜ਼ੀ ਹੋ ਸਕਦੀ, ਉਹੀ ਰੇਂਜ ਆ ਉਹੀ ਕੋ ਡੋਮੇਨ, ਠੀਕ ਹੈ। ਐਂਡ ਸੋ ਇਹਨਾਂ 'ਚੋਂ ਕੁਝ ਵੀ ਕੋ ਡੋਮੇਨ ਲਿਆ ਜਾ ਸਕਦਾ ਸੀ, ਪਰ ਇਹ ਸਾਰੀਆਂ ਕੀ ਕਹਾਉਂਦੀਆਂ ਨੇ ਜੇ ਅਸੀਂ ਆਹ ਡੋਮੇਨ ਲੈ ਕੇ ਇਹਨਾਂ 'ਚੋਂ ਕੋਈ ਇੱਕ ਮਰਜ਼ੀ ਕੋ ਡੋਮੇਨ ਲੈ ਲਈਏ, ਸਾਰੀਆਂ ਕੀ ਨੇ ਇਹ ਹੁੰਦੀਆਂ ਸਾਈਨ ਇਨਵਰਸ ਦੀਆਂ ਐਕਸ ਦੀਆਂ ਬ੍ਰਾਂਚਸ, ਠੀਕ ਹੈ। ਪਰ ਆਹ ਵਾਲੀ ਜਿਹੜੀ ਬ੍ਰਾਂਚ ਦੀ ਅਸੀਂ ਗੱਲ ਕੀਤੀ ਹੈ ਇਹਨੂੰ ਅਸੀਂ ਪ੍ਰਿੰਸੀਪਲ ਵੈਲਿਊ ਬ੍ਰਾਂਚ ਕਹਿੰਦੇ ਹਾਂ, ਠੀਕ ਹੈ ਨਾ। ਜਿੰਨਾ ਚਿਰ ਸਾਨੂੰ ਕੋਈ ਬ੍ਰਾਂਚ ਸਪੈਸੀਫਾਈ ਨਹੀਂ ਕੀਤੀ ਜਾਊਗੀ ਅਸੀਂ ਇਹੀ ਸਮਝਾਂਗੇ ਵੀ ਸਾਨੂੰ ਇਸ ਬ੍ਰਾਂਚ ਦੀ ਗੱਲ ਕੀਤੀ ਜਾਵੇ। ਜਿਵੇਂ ਅਗਲੇ ਨੋਟ ਦੇ ਵਿੱਚ ਅਸੀਂ ਲਿਖਿਆ ਵੈਨ ਨੋ ਬ੍ਰਾਂਚ ਆਫ ਐਨ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਇਜ਼ ਮੈਂਸ਼ਨਡ, ਜਿਵੇਂ ਆਪਾਂ ਲਿਖਦੇ ਹੁੰਦੇ ਨਾ ਐਫ ਫਰੋਮ ਆਰ ਟੂ ਆਰ। ਜਿੰਨਾ ਚਿਰ ਆਹ ਸਾਨੂੰ ਦੱਸਿਆ ਨਹੀਂ ਜਾਊਗਾ ਵੀ ਆਹ ਕਿਹੜੀਆਂ ਬ੍ਰਾਂਚ ਅਸੀਂ ਇਹਨਾਂ ਚੋਂ ਲਈ ਹੈ, ਤਾਂ ਜੇ ਸਾਨੂੰ ਕੁਛ ਨਹੀਂ ਇਸ ਤਰ੍ਹਾਂ ਲਿਖਿਆ ਸਿੱਧਾ ਹੀ ਲਿਖਤਾ ਵੀ fx ਇਕੁਅਲਸ ਟੂ ਸਾਈਨ ਇਨਵਰਸ ਐਕਸ, ਤਾਂ ਅਸੀਂ ਇਹੀ ਸਮਝਾਂਗੇ ਵੀ ਇਹਦੀ ਪ੍ਰਿੰਸੀਪਲ ਵੈਲਿਊ ਬ੍ਰਾਂਚ ਦੀ ਗੱਲ ਕੀਤੀ ਜਾ ਰਹੀ ਹੈ। ਇਹ ਬ੍ਰਾਂਚ ਉਹੀ ਹੈਗੀ ਹੈ, ਠੀਕ ਹੈ ਕਿ ਇੱਥੇ ਉਹਦੀ ਥਾਂ 'ਤੇ ਅਸੀਂ ਆਹ ਹੀ ਸਮਝਾਂਗੇ, ਠੀਕ ਹੈ ਕਿ। ਤਾਂ ਅੱਗੇ ਗੱਲ ਕੀ ਕਹਿੰਦਾ ਹੈ ਦਾ ਵੈਲਿਊ ਆਫ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਇਨ ਪ੍ਰਿੰਸੀਪਲ ਵੈਲਿਊ ਬ੍ਰਾਂਚ ਇਜ਼ ਕਾਲਡ ਪ੍ਰਿੰਸੀਪਲ ਵੈਲਿਊ ਆਫ ਦਾ ਫੰਕਸ਼ਨ। ਤੁਹਾਨੂੰ ਕਿਹਾ ਜਾਵੇ ਫਾਈਂਡ ਦਾ ਪ੍ਰਿੰਸੀਪਲ ਵੈਲਿਊ ਆਫ ਦਾ ਫੰਕਸ਼ਨ, ਤਾਂ ਇਹਦਾ ਮਤਲਬ ਕੀ ਹੈ ਵੀ ਅਸੀਂ ਇਸ ਬ੍ਰਾਂਚ ਦੇ ਵਿੱਚ ਉਹਦੀ ਵੈਲਿਊ ਫਾਈਂਡ ਕਰਨੀ ਹੈ, ਪ੍ਰਿੰਸੀਪਲ ਵੈਲਿਊ ਬ੍ਰਾਂਚ ਦੇ ਵਿੱਚ ਉਹਦੀ ਵੈਲਿਊ ਫਾਈਂਡ ਕਰਨੀ। ਅੱਛਾ, ਜੇ ਅਸੀਂ ਸਾਰੇ ਜਿੰਨੀਆਂ ਵੀ ਬ੍ਰਾਂਚਿਸ ਹਨ ਉਹਨੂੰ ਕੰਬਾਈਨ ਕਰ ਦਈਏ ਤਾਂ ਇਦਾਂ ਦਾ ਗ੍ਰਾਫ ਬਣੂਗਾ, ਦੇਖੋ, ਠੀਕ ਹੈ ਕਿ ਆ ਇੱਕ ਬ੍ਰਾਂਚ ਆ ਹੋ ਗਈ, ਇੱਕ ਇਸ ਤੋਂ ਗਾਂ ਹੋ ਗਈ, ਇੱਕ ਆਹ ਬ੍ਰਾਂਚ ਹੋ ਗਈ, ਇੱਕ ਆਹ ਬ੍ਰਾਂਚ, ਇਸ ਤਰ੍ਹਾਂ ਸਾਰੀਆਂ ਨੂੰ ਜੇ ਅਸੀਂ ਕੰਬਾਈਨ ਕਰੀਏ ਤਾਂ ਇਸ ਤਰ੍ਹਾਂ ਦਾ ਗ੍ਰਾਫ। ਤੇ ਇਹ ਕੀ ਆ ਗਿਆ ਹੁਣ ਦੇਖ ਲਓ, ਤੁਹਾਨੂੰ ਗ੍ਰਾਫ ਜਿਸ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ ਸਾਈਨ ਐਕਸ ਦੇ ਗ੍ਰਾਫ ਦਾ ਉਲਟਾ ਆ ਗਿਆ, ਉਹ ਇਸ ਤਰੀਕੇ ਨਾਲ ਬਣਦਾ ਸੀ, ਇਹ ਉਹਦਾ ਉਲਟਾ ਉੱਪਰ ਨੂੰ, ਠੀਕ ਹੈ। ਇੱਕ ਗੱਲ ਹੋਰ ਸਾਨੂੰ ਧਿਆਨ ਰੱਖਣੀ ਚਾਹੀਦੀ ਹੈ, ਉਹ ਇਹ ਹੈ ਵੀ ਸਾਈਨ ਇਨਵਰਸ ਐਕਸ ਇਜ਼ ਨਾਟ ਇਕੁਅਲ ਟੂ ਸਾਈਨ ਐਕਸ ਟੂ ਦਾ ਪਾਵਰ -1 ਔਰ 1/sin x। ਅਸੀਂ ਇਹ ਨਹੀਂ ਸਮਝਣਾ ਵੀ ਅਸੀਂ ਜਦੋਂ ਅਸੀਂ ਆਮ ਕਰਕੇ ਕੀ ਸਮਝਦੇ ਹੁੰਦੇ ਹਾਂ ਵੀ ਐਕਸ ਦੀ ਪਾਵਰ -1 ਮੀਨਸ 1/x, ਠੀਕ ਹੈ ਕਿ ਇਹ ਪਾਵਰ ਨਹੀਂ ਹੈਗੀ ਐਕਸ ਦੀ, ਸਾਈਨ ਦੀ ਪਾਵਰ ਨਹੀਂ ਹੈਗੀ। ਸਾਈਨ ਇਨਵਰਸ ਐਕਸ ਇਜ਼ ਨਾਟ ਇਕੁਅਲ ਟੂ ਸਾਈਨ ਐਕਸ ਟੂ ਦਾ ਪਾਵਰ -1, ਕਿਉਂਕਿ ਅਸੀਂ ਇਹ ਜਾਣਦੇ ਹਾਂ ਨਾ ਵੀ ਸਾਈਨ ਸਕੁਆਇਰ ਐਕਸ ਦਾ ਮਤਲਬ ਸਾਡੇ ਹਿਸਾਬ ਨਾਲ ਸਾਈਨ ਐਕਸ ਦਾ ਸਕੁਆਇਰ ਹੁੰਦਾ ਹੈ, ਠੀਕ ਹੈ ਨਾ। ਪਰ ਸਾਈਨ ਇਨਵਰਸ ਐਕਸ ਹੋਰ ਚੀਜ਼ ਹੈ, ਇਹ ਸਾਈਨ ਐਕਸ ਦੀ ਪਾਵਰ -1 ਹੋਰ ਚੀਜ਼ ਹੈ, ਇਹਦੀ ਵੈਲਿਊ ਤਾਂ 1/sin x ਹੁੰਦੀ ਹੈ, ਠੀਕ ਹੈ ਕਿ ਨਹੀਂ। ਇਹ ਸਾਈਨ ਦਾ ਉਲਟਾ ਫੰਕਸ਼ਨ ਹੈ, ਜਿਵੇਂ ਐਫ ਦਾ ਇਨਵਰਸ ਫੰਕਸ਼ਨ ਸੀਗਾ ਐਫ ਇਨਵਰਸ, ਇਸੇ ਤਰ੍ਹਾਂ ਸਾਈਨ ਫੰਕਸ਼ਨ ਦਾ ਇਨਵਰਸ ਕੀ ਹੋਏਗਾ ਸਾਈਨ ਇਨਵਰਸ। ਇਹ ਸਾਈਨ ਇਨਵਰਸ ਫੰਕਸ਼ਨ ਹੈ, ਠੀਕ ਹੈ। ਇਹਦਾ ਮਤਲਬ ਇਹ ਨਹੀਂ ਹੈਗਾ ਜਿਹੜਾ ਇੱਥੇ ਲਿਖਿਆ ਹੈ, ਠੀਕ ਹੈ। ਇਸੇ ਤਰੀਕੇ ਨਾਲ cos ਦਾ ਜਿਹੜਾ ਗ੍ਰਾਫ ਹੈ
ਕੌਸ ਦਾ ਗ੍ਰਾਫ ਤੁਸੀਂ ਦੇਖੋ, ਕੌਸ ਫੰਕਸ਼ਨ ਨੂੰ ਵੀ ਅਸੀਂ ਸੀਗਾ ਤਾਂ ਇਸ ਤਰੀਕੇ ਨਾਲ, ਪਰ ਅਸੀਂ ਉਹਨੂੰ ਚੇਂਜ ਕਰਕੇ ਬਣਾਇਆ 0 to ਪਾਈ, ਕਿਉਂਕਿ 0 ਤੋਂ ਲੈ ਕੇ ਪਾਈ ਤੱਕ ਇਹਦਾ ਜਿਹੜਾ ਹੈਗਾ ਉਹ ਗ੍ਰਾਫ ਟਰਨ ਨਹੀਂ ਕਰਦਾ ਤੇ ਇਹਦੀਆਂ ਵੈਲਿਊਜ਼ ਵੀ -1 ਤੋਂ +1 ਸਾਰੀਆਂ ਆ ਜਾਂਦੀਆਂ। ਠੀਕ ਹੈ। ਔਰ ਇਹਨੂੰ ਮੇਕ ਬਾਈਜੈਕਸ਼ਨ ਬਣਾਉਣ ਵਾਸਤੇ ਫਿਰ ਇਹਨੂੰ ਜਦੋਂ ਅਸੀਂ ਇਹਦੇ एक्स वाई एक्सिस इंटरचेंज कर देंगे तो की हो जाएगा, एक्स एक्सिस से आ जाएगा -1 to 1, यानी यदा डोमेन बन जाएगा हम -1 to 1, तो एक और डोमेन बन जाएगा 0 to पाई। ठीक है। तो जी एक्स इक्वल टू साइन कॉस इनवर्स एक्स आ इतना का ग्राफ बनेगा। इस तरीके नैक्सट है टैन इनवर्स का जोड़ा है वो भी असी की करा, देखो एक ब्रांच लै ली होगी, इदा कई सारिया बनदियां सी ना, वो एक ब्रांच असी आ लै ली कि -π/2 to +π/2, ये जो डोमेन इनू चेंज करके की करता -π/2 to +π/2। इत्थे देखो ओपन इंटरवल लिया, क्यों लिया ओपन इंटरवल, क्योंकि -π/2 तो +π/2 तो टैन की जी वैल्यू है डिफाइन नहीं हैगी, इस करके वो तो आना ही नहीं कोई आंसर, तो वो असी छड्डे है, वो तो अगों शुरू कर लिया। ठीक है। -π/2 तो नैक्सट वैल्यू तो शुरू कर लिया, -π/2 to +π/2 टू आर हो जाएगा पूरे -∞ तो +∞ तक जाएगी। आ लिखो एरो बनाया ना, एरो मतलब इधर जाएगा ∞ तक, इधर भी जाएगा। यदा उल्टा इनवर्स की होएगा, इनवर्स के हुण आ जिहड़ा इहदी डोमेन से तो रेंज बन जूगी -π/2 to +π/2, तो आ जिहड़ा सीगा आर ये इहदा डोमेन बन जाएगा। ठीक। तो इस तरीके जी एक्स आ साडा इनवर्स ट्रिग्नोमेट्रिक फंक्शन आ गया फ्रॉम आर टू -π/2 to +π/2, जी एक्स इक्वल्स टू टैन। इस तरह कॉसेक, कॉसेक दे विच असीं साइन वाले ही ले लिया हम इंटरवल तो -π/2 to +π/2 प्लस, पर वो जीरो के उत्ते डिफाइन नहीं है, असीं याद करो, असीं इन्हूं लिख लिया -π/2 to +π/2 -0। ठीक है कि तो ये जी रेंज है वो तुहानूं पता ही है, -∞ to -1 यूनियन 1 to ∞। ठीक है। तो आ जी होगी कॉसेक की। ठीक है ना। जो इनवर्स करांगे तो यदा उल्ट जाएगा, जो रेंज बन जाएगी, रेंज से वो डोमेन बन जाएगी, जी रेंज से डोमेन बन जाएगी, डोमेन रेंज बन जाएगी। यानी पहला इसका डोमेन से -π/2 to +π/2, हुण ये रेंज बन गई -π/2 to +π/2, तो डोमेन की बन गया -∞ to -1 यूनियन 1 to ∞। ठीक है। सो इस तरीके ये आ गया। इस तरह सैक इनवर्स एक्स वास्ते पहला सैक दे जिहड़ा साडा सीगा रेंज डोमेन उन्होंने असीं फिक्स किया, वो की सीगा असीं लै लिया कॉस वाले 0 to पाई, 0 to पाई कॉस का लिया सी ना असीं 0 to पाई, वो असीं π/2 तो डिफाइन नहीं है, तो π/2 छड्डता 0 to पाई -π/2, तो ये जी रेंज है वो उही होएगी -∞ to -1 यूनियन 1 to ∞। ये हो गया साडा सैक एक्स का। जो असीं इनवर्स करांगे तो ये आपस में इंटरचेंज हो जाएंगे, यानी ये जड़ा डोमेन वो तो बन जूगा -∞ to -1 यूनियन 1 to ∞, तो रेंज यदि बन जाएगी 0 to 0 है साडा 0 to पाई। ठीक है। इस तरह कॉट दे विच भी असीं की करा, एक पोर्शन एक ब्रांच ले ली, किहड़ी लई वो 0 to पाई, जिथे ये रिपीट नहीं होंदा, खास ख्याल कर रखना है 0 ते पाई ते डिफाइन नहीं होंदा, इस करके 0 पाई नूं छड्ड के लिया सी, यानी ओपन इंटरवल 0 to पाई टू आर। इधर देखो जी रेंज है जी वो आर ही होएगी, पूरा उपर तक जाएगा, इधर हेठां तक जाएगा। ठीक है। इस इनवर्स करने वास्ते ये इंटरचेंज करते, हुण इहदा डोमेन की बनया, डोमेन तो यह बन गया आर, तो रेंज यदि बन गई 0 to पाई ओपन इंटरवल। ठीक है। तो इस तरीके आ सारी जी असीं उपर डिस्कशन की है, कंकलूजन इत्थे तुहानूं एक टेबल की फॉर्म च लिखता भी साइन इनवर्स एक्स द डोमेन -1 to 1 तो रेंज -π/2 to +π/2। इस तरह कॉस इनवर्स एक्स का -1 to 1 0 to पाई, इस तरह यदा आर टू -π/2 to +π/2। इन्हों याद रखने वास्ते देखो डोमेन
ਇਹਨਾਂ ਦੋਵਾਂ ਦੇ ਸੇਮ ਹੈ ਤੇ ਇਹਨਾਂ ਦੋਵਾਂ ਦੇ ਡੋਮੇਨ ਸੇਮ ਹੈ ਤੇ ਇਹਨਾਂ ਦੋਵਾਂ ਦੇ ਡੋਮੇਨ ਆਪਸ 'ਚ ਸੇਮ ਹੈ। ਤਾਂ ਤਿੰਨ ਡੋਮੇਨ ਆਪਸ 'ਚ ਯਾਦ ਰੱਖਣੇ, ਸਾਈਨ ਤੇ ਕਾਸ ਦਾ ਡੋਮੇਨ ਸੇਮ ਹੋਏਗਾ, ਟੈਨ ਤੇ ਕਾਟ ਦਾ ਸੇਮ ਹੋਏਗਾ, ਸੈਕ ਤੇ ਕੋਸੈਕ ਦਾ। ਯਾਨੀ ਜਿਹੜੇ ਕੋ ਹੈ ਸਾਈਨ ਦਾ ਕੋਸਾਈਨ ਹੁੰਦਾ, ਠੀਕ ਹੈ ਕਿ ਨਹੀਂ। ਤੇ ਇਸੇ ਤਰ੍ਹਾਂ ਟੈਂਜੈਂਟ ਦਾ ਕੋ ਟੈਂਜੈਂਟ ਹੁੰਦਾ, ਇਹਨਾਂ ਦੀਆਂ ਜਿਹੜੀਆਂ ਰੇਂਜਸ ਆ ਬਰਾਬਰ। ਇਸੇ ਤਰ੍ਹਾਂ ਸੈਕ ਦਾ ਕੋਸੈਕ ਹੁੰਦਾ, ਤਾਂ ਇਹਨਾਂ ਦੀਆਂ ਰੇਂਜਸ ਇੱਕੋ ਹੀ ਹਨ। ਇਸੇ ਤਰ੍ਹਾਂ ਡੋਮੇਨ ਵਿੱਚ ਸੌਰੀ ਇਹ ਡੋਮੇਨ ਸੀ ਇਹਨਾਂ ਦੀ। ਰੇਂਜ ਦੀ ਗੱਲ ਕਰੀਏ ਤਾਂ ਰੇਂਜ ਦੇ ਵਿੱਚ ਤੁਸੀਂ ਦੇਖੋ, ਰੇਂਜ ਦੋ ਟਾਈਪ ਦੇ, ਇੱਕ ਤਾਂ ਹੈਗੇ -π/2 to +π/2 ਵਾਲੀ, ਜਿਵੇਂ ਆ ਹੈ, ਇੱਕ ਆ ਹੈ, ਇੱਕ ਆ ਹੈ। ਸਾਈਨ, ਟੈਨ ਤੇ ਕੋਸੈਕ, ਇਹਨਾਂ ਦੀ ਰੇਂਜ -π/2 ਆ ਕਲੋਜ਼ ਇੰਟਰਵਲ ਹੁੰਦਾ, ਆ ਓਪਨ ਇੰਟਰਵਲ। ਇਹਦੇ 'ਚ ਸਾਈਨ ਵਾਲਾ ਹੀ ਹੁੰਦਾ, ਪਰ ਉਹ 'ਚ ਜ਼ੀਰੋ ਨਹੀਂ ਲੈਣਾ ਸੀ, ਉਹ 'ਚੋਂ ਜ਼ੀਰੋ ਮਾਈਨਸ ਕਰਨਾ। ਇਸੇ ਤਰੀਕੇ ਨਾਲ ਆ ਤਿੰਨ ਜਿਹੜੇ ਹੈਗੇ 0 to π ਵਾਲੇ, ਆ ਵੀ ਜਿਵੇਂ ਕਾਸ ਹੈ, ਕਾਸ ਇਨਵਰਸ ਦੀ 0 to π ਰੇਂਜ ਹੁੰਦੀ ਹੈ, ਤੇ ਉਹਦਾ ਉਲਟਾ ਜਿਹੜਾ ਸੈਕ ਹੁੰਦਾ ਉਹਦੀ ਵੀ 0 to π, ਪਰ ਉਹਦੇ 'ਚੋਂ π/2 ਨੂੰ ਛੱਡਣਾ। ਤੇ ਜਿਹੜਾ ਕਾਟ ਹੈ ਉਹਦੀ ਰੇਂਜ ਵੀ 0 to π, ਪਰ ਓਪਨ ਇੰਟਰਵਲ, ਠੀਕ ਹੈ ਨਾ। ਸੋ ਇਹ ਚੀਜ਼ ਨੂੰ ਸਾਨੂੰ ਯਾਦ ਰੱਖਣਾ ਪਏਗਾ। ਹੁਣ ਅਸੀਂ ਦੇਖਿਆ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਤੇ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੇ ਵਿੱਚ ਰੇਂਜ ਤੇ ਡੋਮੇਨ ਇੱਕ ਦੂਜੇ ਤੋਂ ਉਲਟ ਹੁੰਦੇ ਆ। ਤਾਂ ਕਿਵੇਂ ਹੈ, ਜਿਵੇਂ ਪਹਿਲਾਂ ਅਸੀਂ ਸਾਈਨ ਦੀ ਜੋ ਸਾਡੀ ਡੋਮੇਨ ਸੀ ਉਹ ਸਾਈਨ ਇਨਵਰਸ ਦੀ ਰੇਂਜ ਬਣ ਗਈ, ਤੇ ਜੋ ਸਾਈਨ ਦੀ ਰੇਂਜ ਸੀ ਉਹ ਸਾਈਨ ਇਨਵਰਸ ਦੀ ਡੋਮੇਨ ਬਣ ਗਈ, ਠੀਕ ਹੈ ਕਿ ਨਹੀਂ। ਯਾਨੀ ਜਦੋਂ ਅਸੀਂ ਸਾਈਨ ਲਿਖਦੇ ਸੀ ਤਾਂ ਸਾਈਨ ਦੇ ਨਾਲ ਹਮੇਸ਼ਾ ਇੱਥੇ ਕੋਈ ਐਂਗਲ ਪਾਉਂਦੇ ਸੀ, ਜਿਵੇਂ π/3, ਤੇ ਇਹਦਾ ਆਨਸਰ ਅਸੀਂ ਕਿਸੇ ਰੀਅਲ ਨੰਬਰ ਦੀ ਫਾਰਮ 'ਚ ਕੱਢਦੇ ਸੀ, ਜਿਵੇਂ √3/2। ਸਾਈਨ π/3 ਦੀ ਵੈਲਿਊ √3/2। ਹੁਣ ਜਦੋਂ ਸਾਈਨ ਉੱਧਰ ਲਿਜਾਵਾਂਗੇ ਤਾਂ ਸਾਈਨ ਇਨਵਰਸ ਹੋ ਜਾਏਗਾ, ਤਾਂ ਸਾਈਨ ਇਨਵਰਸ ਦੇ ਨਾਲ ਹਮੇਸ਼ਾ ਆ ਜਿਹੜਾ ਆਨਸਰ ਇੱਥੇ ਆ ਰਿਹਾ ਸੀ, ਹੁਣ ਇੱਥੇ ਲੱਗੂਗਾ, ਤੇ ਇਹਦਾ ਆਨਸਰ ਕੀ ਆਊਗਾ, ਜੋ ਇੱਥੇ ਐਂਗਲ ਲੱਗਦਾ ਸੀਗਾ ਪਹਿਲਾਂ। यानी साइन π/3 की वैल्यू जो √3/2 है तो साइन इनवर्स √3/2 π/3 ਦੇ ਇਕੁਅਲ ਹੈ। ਤਾਂ ਇਹਨੂੰ ਅਸੀਂ ਇਸ ਤਰੀਕੇ ਨਾਲ ਸੋਚਣਾ, ਜਦੋਂ ਵੀ ਤੁਹਾਨੂੰ ਕਿਹਾ ਜਾਵੇ ਫਾਈਂਡ ਦਾ ਵੈਲਿਊ ਆਫ ਸਮ ਸਾਈਨ ਸੇ ਐਸੇ ਦੀ ਵੈਲਿਊ, ਤਾਂ ਸਾਨੂੰ ਕਿਸ ਤਰੀਕੇ ਨਾਲ ਸੋਚਣਾ ਪਏਗਾ। ਤੁਹਾਨੂੰ ਸੋਚਣਾ ਪਏਗਾ ਵੀ ਸਾਈਨ ਕਿੰਨੇ ਦੀ ਵੈਲਿਊ √3/2 ਸੀ, ਤਾਂ ਸਾਈਨ ਇਨਵਰਸ √3/2 ਦੀ ਵੈਲਿਊ ਓਨੀ ਹੀ ਹੋ ਜਾਊਗੀ। ਸਾਨੂੰ ਪਤਾ ਸਾਈਨ 60 ਦੀ ਵੈਲਿਊ √3/2 ਤਾਂ ਸਾਈਨ ਇਨਵਰਸ √3/2 ਕਾਹਦੇ ਇਕੁਅਲ ਹੋ ਜਾਊਗਾ, 60 ਦੇ, ਜਾਂ ਕਹ ਲਓ π/3 ਦੇ। ਤਾਂ ਇਹ 'ਚ ਤੁਸੀਂ ਦੇਖੋ, ਜਦੋਂ ਅਸੀਂ ਹੁਣ ਆਹ ਦੇਖੋ ਇਨਵਰਸ ਟ੍ਰਿਗਨੋਮੈਟਰੀ ਫੰਕਸ਼ਨ ਦੇ ਵਿੱਚ, ਤਾਂ ਹੀ ਤੁਸੀਂ ਦੇਖੋ ਆਨਸਰ ਆ ਰਿਹਾ ਐਂਗਲਸ ਦੀ ਫਾਰਮ 'ਚ, ਯਾਨੀ ਜਿਹੜੀ ਇਹਦੀ ਰੇਂਜ ਆ ਉਹ ਐਂਗਲਸ ਦੀ ਫਾਰਮ 'ਚ ਹੋਣੀ ਚਾਹੀਦੀ ਹੈ। ਤੇ ਜਿਹੜਾ ਇਹਦਾ ਡੋਮੇਨ ਹੈ, ਜਿਹੜੀ ਇੱਥੇ x ਦੀ ਵੈਲਿਊ ਅਸੀਂ ਪੁੱਟ ਕਰਦੇ ਹਾਂ, ਉਹ ਹਮੇਸ਼ਾ ਹੀ ਰੀਅਲ ਨੰਬਰ ਦੀ ਫਾਰਮ 'ਚ ਆਏਗਾ। ਹੁਣ ਦੇਖੋ ਆਹੀ ਚੀਜ਼ ਸਾਈਨ ਦਾ ਜਾਂ ਸਾਈਨ ਇਨਵਰਸ ਦਾ ਜਿਹੜਾ ਡੋਮੇਨ ਹੈ ਉਹ ਕੀ ਹੈ, ਇੱਕ ਰੀਅਲ ਨੰਬਰ ਦਾ ਸੈੱਟ ਹੈ, ਤੇ ਸਾਈਨ ਇਨਵਰਸ ਦੀ ਜਿਹੜੀ ਰੇਂਜ ਆ ਉਹ ਐਂਗਲਸ ਦੀ ਫਾਰਮ 'ਚ -π/2, ਉਹ ਵੀ ਹੈ ਤਾਂ ਇੰਟਰਵਲ ਹੀ ਹੈ, ਰੀਅਲ ਨੰਬਰ ਹੀ ਹੈ, ਪਰ ਇਹਨੂੰ ਅਸੀਂ ਇਸ ਤਰੀਕੇ ਨਾਲ ਐਂਗਲਸ ਦੀ ਫਾਰਮ 'ਚ -π/2 2π/2 ਇਸ ਤਰੀਕੇ ਨਾਲ ਲਿਖਦੇ ਹਾਂ। ਤੇ ਜਦੋਂ ਅਸੀਂ ਸਾਈਨ ਦੀ ਗੱਲ ਕਰਦੇ ਸੀ ਉਦੋਂ ਆ ਸਾਡਾ ਡੋਮੇਨ ਸੀਗਾ, ਠੀਕ ਹੈ ਨਾ। ਉਹਦੇ ਵਿੱਚ ਅਸੀਂ ਹਮੇਸ਼ਾ ਹੀ ਇਸ ਤਰ੍ਹਾਂ ਐਂਗਲਸ ਹੀ ਭਰੇ ਜਾਂਦੇ ਸੀ ਇੱਥੇ, ਤਾਂ ਉਹਦੇ ਜਿਹੜਾ ਡੋਮੇਨ ਸੀਗਾ ਉਹ ਇਸ ਤਰ੍ਹਾਂ ਦਾ ਸੀਗਾ, ਤੇ ਆਨਸਰ ਰੀਅਲ ਨੰਬਰ ਦੀ ਫਾਰਮ 'ਚ ਸੀ, ਯਾਨੀ ਉਹਦੀ ਰੇਂਜ ਰੀਅਲ ਨੰਬਰ ਸੀ। ਸੋ ਇਹ ਚੀਜ਼ ਨੂੰ ਆਪਾਂ ਜਿਹੜਾ ਹੈਗਾ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਰੱਖਣਾ ਹੈ। ਇਨਵਰਸ ਦੇ ਨਾਲ ਕੀ ਲੱਗੇ, ਹੁਣ ਤੁਹਾਨੂੰ ਕੋਈ ਪੁੱਛ ਲੇ ਵੀ ਫਾਈਂਡ ਦਾ ਵੈਲਿਊ ਆਫ cos ਇਨਵਰਸ 1/2, ਤਾਂ ਅਸੀਂ ਸੋਚਣਾ ਕੀ ਹੈ, ਅਸੀਂ ਸੋਚਣਾ ਹੈ ਵੀ ਕਿੰਨੇ cos ਦੀ ਵੈਲਿਊ 1/2 ਸੀ, ਤਾਂ 60 ਡਿਗਰੀ ਦੀ ਵੈਲਿਊ 1/2 ਹੁੰਦੀ ਹੈ, ਤਾਂ cos ਇਨਵਰਸ 1/2 ਕਾਹਦੇ ਇਕੁਅਲ ਹੋ ਜਾਏਗਾ, 60 ਦੀ, ਯਾਨੀ π/3। ਸੋ ਇਸ ਤਰੀਕੇ ਨਾਲ ਇਹ ਚੀਜ਼ ਨੂੰ ਅਸੀਂ ਥੋੜ੍ਹਾ ਜਿਹਾ ਖਿਆਲ ਨਾਲ ਉਲਟ ਸੋਚ ਕੇ ਚੱਲਣਾ ਪੈਂਦਾ, ਤਾਂ ਥੋੜ੍ਹਾ ਇੱਥੇ ਕਈ ਵਾਰੀ ਤੁਸੀਂ ਕਨਫਿਊਜ਼ ਹੋ ਜਾਂਦੇ ਹੋ, ਤਾਂ ਇਹ ਕਨਫਿਊਜ਼ ਨਹੀਂ ਹੋਣਾ। ਉਸੇ ਨਾਲ ਤੁਹਾਨੂੰ ਇਹ ਰੇਂਜ ਤੇ ਡੋਮੇਨ ਵੀ ਕਲੀਅਰ ਹੋਏਗੀ। ਕਦੇ ਵੀ ਸਾਈਨ ਇਨਵਰਸ x ਲਿਖਿਆ ਹੈ ਤਾਂ ਸਾਡੇ ਦਿਮਾਗ 'ਚ ਉਹਦੀ ਆ ਜਾਣਾ ਚਾਹੀਦਾ ਵੀ ਇੱਥੇ ਕੋਈ ਐਂਗਲ ਨਹੀਂ ਆਏਗਾ। ਜੇ ਸਾਈਨ x ਲਿਖਿਆ ਹੈ ਤਾਂ ਇਟ ਮੀਨਸ x ਦੀ ਵੈਲਿਊ ਕੋਈ ਐਂਗਲ ਦੀ ਫਾਰਮ 'ਚ ਹੋਏਗੀ। ਇੱਥੇ ਕੀ ਹੋਏਗਾ, ਇੱਥੇ ਹਮੇਸ਼ਾ x ਦੀ ਥਾਂ ਤੇ ਕੋਈ ਰੀਅਲ ਨੰਬਰ ਆਏਗਾ, ਤਾਂ ਤੁਹਾਨੂੰ ਉਹਦੀ ਯਾਦ ਆ ਜਾਊਗਾ ਵੀ ਰੀਅਲ ਨੰਬਰ ਵਾਲਾ ਸੈੱਟ ਕਿਹੜਾ ਸੀ, -1 to 1 ਸੀ।
ਤਾਂ ਇਹਦੇ ਜਿਹੜੇ ਇਹਦੇ 'ਚ ਕੀ ਆਏਗਾ h -π/2 2 +π/2 ਤਾਂ ਇਹਦੇ ਡੋਮੇਨ ਸਾਨੂੰ ਉਹਦੀ ਧਿਆਨ ਆ ਜਾਣਗੇ। ਇਹਦਾ ਡੋਮੇਨ ਕੀ ਹੋ ਜਾਏਗਾ -1 to 1 ਤੇ ਇਹਦਾ ਡੋਮੇਨ ਕੀ ਹੋ ਜਾਏਗਾ ਇਹਦਾ ਡੋਮੇਨ ਹੋ ਜਾਏਗਾ -π/2 to +π/2। ਇਹ ਸਾਨੂੰ ਯਾਦ ਰੱਖਣ ਵਾਸਤੇ ਇਹ ਛੋਟੀਆਂ ਛੋਟੀਆਂ ਗੱਲਾਂ ਧਿਆਨ ਵਿੱਚ ਰੱਖੋ ਸਾਨੂੰ ਤਾਂ ਕਿ ਕਨਫਿਊਜ਼ਨ ਨਾ ਹੋਵੇ ਅੱਗੇ ਜਾ ਕੇ। ਸੋ ਇਹਨਾਂ ਗੱਲਾਂ ਦਾ ਤੁਸੀਂ ਖਿਆਲ ਰੱਖੋ।